ਹੁਣ ਇਹਨੂੰ 4 ਸਾਲ ਹੋ ਗਏ ਮਾਰੇ ਹੋਏ ਮੇਰੀ ਬੇਟੀ ਨੂੰ। ਹਾਲੇ ਤੱਕ ਸੈਂਟਰ 'ਚ ਕਿਸੇ ਦੀ ਜੂੰ ਨਹੀਂ ਸਰਕੀ ਹੈ, ਕਿਸੇ ਤੇ ਕੋਈ ਫਰਕ ਨਹੀਂ ਪੈਂਦਾ। ਇਹ ਜੀ ਸਟੇਟ ਦਾ ਮਾਮਲਾ, ਇਹ ਕੋਰਟ 'ਚ ਮਾਮਲਾ ਹੈ। ਇਹ ਸਾਰੇ ਸਭ ਕੋਰਟ ਦੇ ਵਿੱਚ ਹੁਣ ਚੌਥਾ ਸਾਲ ਚੱਲ ਰਿਹਾ ਤੇ ਹਾਲੇ ਤੱਕ ਕੋਈ ਕਿਤੇ ਪਟੜੀ ਤੇ ਪਿਆ ਹੀ ਨਹੀਂ ਇਨਵੈਸਟੀਗੇਸ਼ਨ। ਮਤਲਬ ਕਿ ਮੈਂ ਤਾਂ ਰੱਬ ਨੂੰ ਪੁੱਛਾਂਗਾ ਕਿ ਇੰਨਾ ਕੁ ਦਿਮਾਗ ਕਿਉਂ ਦਿੱਤਾ ਕ੍ਰਿਮੀਨਲਸ ਨੂੰ ਕਿ ਸਾਰੇ ਕਾਨੂੰਨ ਵੀ ਉਹ ਆਪਣੇ ਹੱਥ 'ਚ ਕਰ ਸਕਦੇ ਪਰ ਉਦੋਂ ਤੱਕ ਗੱਲ ਸ਼ਾਇਦ ਇਹ ਆਈ ਸੀ, ਜਿੱਥੇ ਤੱਕ ਮੇਰੀ ਯਾਦ ਹੈ, ਕਿ ਆਖਰਕਾਰ ਉਹ ਸ਼ਖਸ ਨੇ ਕਿਤੇ ਨਾ ਕਿਤੇ ਪਰੇਸ਼ਾਨ ਹੋ ਕੇ ਤੰਗ ਹੋ ਕੇ ਫਿਰ ਗੋਲੀ ਚਲਾਤੀ ਸੀ। ਬਿਲਕੁਲ ਨਹੀਂ, ਸਭ ਝੂਠ ਹੈ। ਇਹ ਨਸ਼ਾ ਫੈਲਾ ਰਹੇ ਸੀਗੇ ਪੰਜਾਬ 'ਚ, ਪੰਜਾਬ ਦੀ ਯੂਥ ਔਰ ਸੁਸਾਇਟੀ ਨੂੰ ਬਰਬਾਦ ਕਰ ਰਹੇ ਸੀਗੇ। ਇਹ ਸਾਨੂੰ ਉਸ ਵੇਲੇ ਨਹੀਂ ਸੀ ਅਹਿਸਾਸ, ਪਰ ਬੇਟੀ ਜਿਹੜੀ ਛਾਪੇ ਮਾਰਦੀ ਸੀ ਉਹ ਤੋਂ ਪਤਾ ਲੱਗ ਗਿਆ ਸੀਗਾ। ਪੰਜਾਬ 'ਚ ਸਾਰੇ ਬਿਲਕੁਲ ਸਾਰੇ ਪੰਜਾਬ ਦੀ ਸਾਰੀ ਰਿਪੋਰਟਾਂ ਹੁੰਦੀਆਂ ਸੀਗੀਆਂ। ਬੁਪਰਨੋਰਫਿਨ ਗੋਲੀ ਬੈਂਡ ਸੀਗੀ, ਫ੍ਰੀ ਸੇਲ 'ਚ ਅੰਡਰ ਕੰਟਰੋਲ ਸੀਗੀ। ਇਹ ਡੀ ਐਡਿਕਸ਼ਨ ਸੈਂਟਰਾਂ ਥਰੂ ਕੰਟਰੋਲਡ ਤਰੀਕੇ ਨਾਲ ਨਹੀਂ, ਅਨਕੰਟਰੋਲਡ ਤਰੀਕੇ ਨਾਲ ਵੇਚ ਰਹੇ ਸੀਗੇ। ਜਦੋਂ ਬੇਟੀ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ 28 ਮਾਰਚ ਨੂੰ ਕਿਸੇ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੇ ਜਾਂ ਕ੍ਰਿਮੀਨਲਸ ਨੇ ਉਹਦੀ ਫ੍ਰੀ ਸੇਲ ਕਰਵਾ ਲਈ ਬੁਪਰਨੋਰਫਿਨ। ਬੇਟੀ ਮੈਂ ਕਿਹਾ ਕਿ ਜਿਹੜੀ ਆਲ ਇੰਡੀਆ ਮੈਰਿਟ 'ਚ ਫਸਟ ਆ ਸਕਦੀ ਆ ਔਰ ਕੈਂਸਰ ਤੇ ਰਿਸਰਚ ਕਰ ਰਹੀ ਸੀਗੀ। ਸਾਰੇ ਨਾਈਪਰ ਸਾਰੇ ਆਲ ਇੰਡੀਆ 'ਚ ਸਭ ਲੋਕ ਜਾਣਦੇ ਨੇ ਔਰ ਇੰਨੀ ਨੌਲੇਜੇਬਲ ਸੀਗੀ ਤਾਂ ਸਮਾਜ ਨੂੰ ਨੁਕਸਾਨ ਕੀਤਾ। ਜਿਹਨਾਂ ਨੇ ਉਹਨੂੰ ਮਾਰਿਆ ਉਹ ਤਾਂ ਸਮਾਜ ਡਿਪਰਾਈਵ ਹੋਇਆ। ਮੈਂ ਸਾਲ ਭਰ ਇਹਨਾਂ ਨੂੰ ਸਾਰੇ ਕਲੂ ਦਿੰਦਾ ਰਿਹਾ, ਕੋਆਪਰੇਟ ਕਰਦਾ ਰਿਹਾ। ਇਹ ਤਾਂ ਸਾਲ ਬਾਅਦ ਮੈਨੂੰ ਰਿਅਲਾਈਜ਼ ਹੋਇਆ ਇਹ ਤਾਂ ਪ੍ਰੂਫ ਮਿਟਾਈ ਜਾ ਰਹੇ ਨੇ ਸਾਰੇ। ਤੁਸੀਂ ਇਨਵੈਸਟੀਗੇਸ਼ਨ ਦੇਖ ਲਓ ਉਹਨਾਂ ਨੇ ਕੀ ਕੀਤਾ ਔਰ ਮੈਂ ਬਿਨਾਂ ਕਿਸੇ ਪਹੁੰਚ ਤੋਂ ਮੈਂ ਇਨਵੈਸਟੀਗੇਸ਼ਨ ਕੀ ਕੀਤਾ ਹੈ। ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਆ ਜਾਊ। ਇਹ ਬਹੁਤ ਚੀਜ਼ਾਂ ਨੇ ਮੈਂ ਸਾਰੀ ਚਿੱਠੀਆਂ 'ਚ ਲਿਖੀਆਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਪ੍ਰਾਈਮ ਮਿਨਿਸਟਰ ਨੂੰ। ਉਹ ਚਿੱਠੀਆਂ ਬਜਾਏ ਕਿ ਕੋਈ ਐਕਸ਼ਨ ਲੈਣ ਦੇ ਉਹ ਸਾਰੀ ਪੰਜਾਬ ਨੂੰ ਭੇਜ ਦਿੰਦੇ ਨੇ। ਪੰਜਾਬ ਵਾਲੇ ਆਪਣੀ ਡਿਫੈਂਸ ਬਣਾਉਂਦੇ ਰਹਿੰਦੇ ਨੇ। ਸਤਿ ਸ਼੍ਰੀ ਅਕਾਲ। ਤਕਰੀਬਨ ਜੇ ਕਹੀਏ ਕਿ 3.5 ਸਾਲ ਪਹਿਲਾਂ ਇੱਕ ਨੇਹਾ ਸ਼ੌਰੀ ਨਾਮ ਦੀ ਇੱਕ ਡਰੱਗ ਇੰਸਪੈਕਟਰ ਦਾ ਕਤਲ ਹੋਇਆ ਸੀਗਾ ਤੇ ਉਸ ਕਤਲ ਨੂੰ ਲੈ ਕੇ ਜੇ ਦੇਖਿਆ ਜਾਵੇ ਅੱਜ ਇੱਕ ਪਿਤਾ ਬੀਜੇਪੀ ਦੇ ਵੱਡੇ ਲੀਡਰਾਂ ਦੇ ਵੇ प्रेस कॉन्फ्रेंस के दौरान गल चकता हुआ नजर आया। से गाड़ी आती है उसमें होता है, वहाँ जाता था रात को बेटी के साथ उसकी हेल्प करने और छापे मारने, गाड़ी को पकड़ने। वहाँ पे जो 70-80 साल के बुजुर्ग हैं, माँ बाप जो बच्चे नशेड़ी हो गए पंजाब में, उनके माँ बाप आके रोते थे और पैर पकड़ते थे बेटी के कि आप फलाना केमिस्ट मेरे बच्चे को ये देता है, प्लीज़ बचा दीजिए, उसको समझा दीजिए, हमारा नाम नहीं लेना। ऐसा हाल था और मेरी बेटी को गोलियां मार दी गई और मैंने सारे इन्वेस्टिगेशन कर लिए हैं, डॉक्यूमेंट्री एविडेंस भी है। तो ये है कि कैसे हुआ कि किसने क्या क्या रोल खेला है, पर अभी तक कोई इंसाफ नहीं है। हाई कोर्ट में चल रहा है केस, 4 साल से डेट पे डेट पड़े जा रही है सर। ਤੇ ਉਹਨਾਂ ਨਾਲ ਗੱਲ ਵੀ ਕਰਾਂਗੇ ਕਿ ਕਿਸ਼ੋਰੀ ਦੇ ਨਾਲ, ਕਿਉਂਕਿ ਉਹਨਾਂ ਨੇ ਗੱਲ ਕਹੀ ਕਿ ਆਖਰ ਜਦੋਂ ਇੱਕ ਨਸ਼ੇ ਦੇ ਖਿਲਾਫ ਜਦੋਂ ਉਹਨਾਂ ਨੇ ਲੜਾਈ ਲੜੀ ਤਾਂ ਉਸ ਦੇ ਕਰਕੇ ਉਹਨਾਂ ਦੀ ਕੁੜੀ ਨੂੰ ਨਿਸ਼ਾਨਾ ਬਣਾਇਆ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਹੁਣ ਵੀ ਤੁਸੀਂ ਦੇਖੋ ਕੋਸ਼ਿਸ਼ ਕਰ ਰਹੇ ਨੇ ਸ਼ੌਰੀ ਸਾਹਿਬ। ਦੇਖਿਆ ਜਾਵੇ ਦੁੱਖ ਕਹਿਣ ਦਾ ਨਹੀਂ ਹੈ ਹੀ ਬਹੁਤ ਵੱਡਾ। ਤੁਸੀਂ ਜਦੋਂ ਡਰੱਗ ਦੀ ਗੱਲ ਹੋ ਰਹੀ ਸੀ ਪ੍ਰੈਸ ਕਾਨਫਰੰਸ 'ਚ ਵਿੱਚ ਉੱਠਦੇ ਹੋ, ਡਰੱਗ ਦੇ ਲੈ ਕੇ ਜ਼ਿਕਰ ਕਰਦੇ ਹੋ ਵੀ ਕੁੜੀ ਨੇ ਲੜਾਈ ਲੜੀ ਇਸੇ ਲਈ ਉਹਦੀ ਮੌਤ ਹੋਈ। ਹਾਂਜੀ, ਬੇਟੀ ਦਾ ਕੈਲੀਬਰ ਹੀ ਹੋਰ ਸੀ। ਉਹ ਤਾਂ ਆਲ ਇੰਡੀਆ ਕੰਪੀਟੀਸ਼ਨਾਂ 'ਚ ਈਵਨ ਫਸਟ ਆਈ ਸੀ ਲੜਕੀਆਂ ਦੇ ਵਿੱਚ ਕਈ ਵਾਰੀ ਔਰ ਬੜੀ ਪਪੂਲਰ ਸੀਗੀ। ਜਿੱਥੇ ਇੱਥੇ ਉਹਨੇ ਪੜ੍ਹਾਈ ਕੀਤੀ ਹੈ, ਜਿੱਥੇ ਨੌਕਰੀ ਕੀਤੀ ਹੈ, ਬੜੀ ਪੜ੍ਹਾਈ ਮਤਲਬ ਆਲ ਇੰਡੀਆ ਪੋਸਟ ਗ੍ਰੈਜੂਏਟ ਡਿਵੀਜ਼ਨ ਲਈ ਮੈਰਿਟ 'ਚ ਫਸਟ ਸੀਗੀ। ਉਹ ਹੋਰ ਹੀ ਪਲੈਂਕ ਦੀ ਲੜਕੀ ਸੀਗੀ। ਉਹ ਇਹਨੇ ਗੰਦੇ ਲੋਕਾਂ ਨਾਲ ਉਹਨੂੰ ਨਹੀਂ ਸੀ ਕਰਨਾ ਨਿਪਟਾਉਣ ਦਾ। ਡਰੱਗ ਇੰਸਪੈਕਟਰ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਨਸ਼ੇ ਨੂੰ ਰੋਕਣਾ ਹੈ, ਕਿਸ ਤਰ੍ਹਾਂ ਦੇ ਨਾਲ ਉਹ ਕਰਨਾ ਹੈ। ਤਾਂ ਇਹ ਜਿਹੜਾ ਹੋਇਆ ਸੀ ਪ੍ਰਕਰਨ ਜਿਵੇਂ ਤੁਸੀਂ ਅੱਜ ਦੱਸ ਰਹੇ ਸੀਗੇ, ਉਹੀ ਚੀਜ਼ ਮੈਂ ਤਾਂ ਕਹੂੰਗਾ ਪਹਿਲਾਂ ਤੁਸੀਂ ਰਿਪੀਟ ਕਰਿਓ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਜਿਹੜੀ ਗੱਲ ਰੱਖ ਰਹੇ ਸੀ ਕੀ ਭਾਵ ਕੀ ਸੀ ਕਹਿਣ ਦਾ। ਭਾਵ ਇਹ ਸੀ ਕਿ ਇਹ ਨਸ਼ਾ ਫੈਲਾ ਰਹੇ ਸੀਗੇ ਪੰਜਾਬ 'ਚ, ਪੰਜਾਬ ਦੀ ਯੂਥ ਔਰ ਸੁਸਾਇਟੀ ਨੂੰ ਬਰਬਾਦ ਕਰ ਰਹੇ ਸੀਗੇ। ਇਹ ਸਾਨੂੰ ਉਸ ਵੇਲੇ ਨਹੀਂ ਸੀ ਅਹਿਸਾਸ, ਪਰ ਬੇਟੀ ਜਿਹੜੀ ਛਾਪੇ ਮਾਰਦੀ ਸੀ ਉਹ ਤੋਂ
ਪਤਾ ਲੱਗ ਗਿਆ ਸੀਗਾ। ਪੰਜਾਬ 'ਚ ਸਾਰੇ ਬਿਲਕੁਲ ਸਾਰੇ ਪੰਜਾਬ ਦੀ ਸਾਰੀ ਰਿਪੋਰਟਾਂ ਹੁੰਦੀਆਂ ਸੀਗੀਆਂ ਨਸ਼ਿਆਂ ਬਾਰੇ, ਚਾਹੇ ਗੁਰਦਾਸਪੁਰ ਹੋਵੇ ਚਾਹੇ ਬਠਿੰਡਾ, ਉਹ ਛਾਪੇ ਤੇ ਜਾਂਦੀ ਸੀਗੀ। ਜਦੋਂ ਬੇਟਾਈਮ ਜਾਂਦੀ ਸੀ ਤਾਂ ਮੈਂ ਨਾਲ ਅਕਸਰ ਜਾਂਦਾ ਸੀਗਾ। ਤਾਂ ਉੱਥੇ ਜਿਹੜਾ ਮੈਂ ਮਾਜਰਾ ਦੇਖਿਆ ਕਿ ਪੰਜਾਬ ਦੀ ਯੂਥ ਔਰ ਸੁਸਾਇਟੀ ਬਰਬਾਦ ਕੀਤੀ ਹੋਈ ਆ, ਔਰ ਇਹ ਪ੍ਰੋਫਿਟਸ ਲਈ ਇਹ ਨਸ਼ਾ ਵਧਾਇਆ ਜਾ ਰਿਹਾ। ਤੇ ਬੇਟੀ ਨੇ ਚੈੱਕ ਕੀਤੇ ਡੀ ਐਡਿਕਸ਼ਨ ਸੈਂਟਰਾਂ 'ਚ ਬੁਪਰਨੋਰਫਿਨ ਗੋਲੀਆਂ ਚੈੱਕ ਕੀਤਾ ਸੀਗਾ। ਬੁਪਰਨੋਰਫਿਨ ਗੋਲੀ ਬੈਂਡ ਸੀਗੀ, ਨੋਮ ਫ੍ਰੀ ਸੇਲ 'ਚ ਅੰਡਰ ਕੰਟਰੋਲ ਸੀਗੀ। ਇਹ ਡੀ ਐਡਿਕਸ਼ਨ ਸੈਂਟਰਾਂ ਥਰੂ ਕੰਟਰੋਲਡ ਤਰੀਕੇ ਨਾਲ ਨਹੀਂ, ਅਨਕੰਟਰੋਲਡ ਤਰੀਕੇ ਨਾਲ ਵੇਚ ਰਹੇ ਸੀਗੇ। ਜਦੋਂ ਬੇਟੀ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ 28 ਮਾਰਚ ਨੂੰ ਕਿਸੇ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੇ ਜਾਂ ਕ੍ਰਿਮੀਨਲਸ ਨੇ ਉਹਦੀ ਫ੍ਰੀ ਸੇਲ ਕਰਵਾ ਲਈ ਬੁਪਰਨੋਰਫਿਨ ਦੀ, ਔਰ ਫਿਰ ਹਾਈ ਕੋਰਟ 'ਚ ਕੇਸ 28 ਨੂੰ ਕਰਾਇਆ। ਉਹਨਾਂ ਨੇ ਸੋਚਿਆ ਕਿ ਪਹਿਲਾਂ ਇਲੈਕਸ਼ਨ ਮਾਡਲ ਕੋਡ ਆਫ ਕੰਡਕਟ ਚੱਲ ਰਿਹਾ ਸੀਗਾ, ਔਰ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਸਾਰੇ ਕਾਨੂੰਨ ਤੋੜ ਕੇ ਪਲਾਂਟਡ ਕਿਲਰ ਨੂੰ ਰਿਵਾਲਵਰ ਲਾਇਸੈਂਸ ਦਿੱਤਾ ਗਿਆ, ਔਰ ਸਾਰੇ ਬੈਕ ਡੇਟਾਂ 'ਚ ਪਾ ਕੇ ਇੰਨੀ ਧਾਂਦਲੇਬਾਜ਼ੀ। ਮਤਲਬ ਕਿ ਮੈਂ ਤਾਂ ਰੱਬ ਨੂੰ ਪੁੱਛਾਂਗਾ ਕਿ ਇੰਨਾ ਕੁ ਦਿਮਾਗ ਕਿਉਂ ਦਿੱਤਾ ਕ੍ਰਿਮੀਨਲਸ ਨੂੰ ਕਿ ਸਾਰੇ ਕਾਨੂੰਨ ਵੀ ਉਹ ਆਪਣੇ ਹੱਥ 'ਚ ਕਰ ਸਕਦੇ ਪਰ ਨੇ। ਉਦੋਂ ਤਾਂ ਗੱਲ ਸ਼ਾਇਦ ਇਹ ਆਈ ਸੀ, ਜਿੱਥੇ ਤੱਕ ਮੇਰੀ ਯਾਦ ਹੈ, ਕਿ ਆਖਰਕਾਰ ਉਹ ਸ਼ਖਸ ਨੇ ਇਹ ਕਿਤੇ ਨਾ ਕਿਤੇ ਪਰੇਸ਼ਾਨ ਹੋ ਕੇ ਤੰਗ ਹੋ ਕੇ ਫਿਰ ਗੋਲੀ ਚਲਾਤੀ। ਬਿਲਕੁਲ ਨਹੀਂ, ਸਭ ਝੂਠ ਹੈ। ਉਹਦੀ ਬੱਚੀ ਇੱਕ ਰਸ਼ੀਆ 'ਚ ਹੈ, ਪੜ੍ਹਦੀ ਸੀਗੀ, ਔਰ ਯੂਕਰੇਨ 'ਚ, ਔਰ ਉਹਦੀ ਇੱਕ ਬੇਟੀ ਕੈਨੇਡਾ ਚਲੀ ਗਈ ਹੈ। ਉਹਨੇ ਪਹਿਲਾਂ ਘਰ ਸੀਗਾ ਉਹਦਾ, ਉਹਨੇ ਇੱਕ ਹੋਰ ਘਰ ਬਣਾਇਆ ਨਵਾਂ, ਉਹਨੂੰ ਪੈਸੇ ਦਿੱਤੇ ਗਏ ਨੇ, ਪਲਾਂਟ ਕੀਤਾ ਗਿਆ, ਉਹ ਗਰੀਬ ਹੋ ਗਿਆ ਸੀ। ਸਾਰੀ ਕਹਾਣੀ ਬਣਾਈ ਗਈ ਹੈ। ਔਰ 2008 'ਚ ਬੇਟੀ ਨੇ ਜਦੋਂ ਚੈੱਕ ਕੀਤਾ ਸੀਗਾ, ਰਿਪੋਰਟ ਕੀਤਾ ਸੀ, ਬੇਟੀ ਦਾ ਪ੍ਰੋਬੇਸ਼ਨ ਤੇ ਸੀ, ਉਹਦੀ ਤਾਂ ਈਵਨ ਲਾਇਸੈਂਸ ਸਸਪੈਂਡ ਕਰਨ ਦੀ ਵੀ ਕੋਈ ਪਾਵਰ ਨਹੀਂ ਸੀ। ਉਹਨੇ ਸਿਰਫ ਰਿਪੋਰਟ ਕੀਤੀ ਤਾਂ ਸਸਪੈਂਡ, ਬਾਕੀ ਅਥਾਰਟੀਆਂ ਨੇ ਸਾਰੇ ਚੈੱਕ ਕਰਕੇ ਕੀਤਾ ਸੀ। ਬੇਟੀ ਦਾ ਉਹ 'ਚ ਕੋਈ ਰੋਲ ਨਹੀਂ ਸੀ। ਪਰ ਇਹਦੇ 'ਚ ਇੱਕ ਚੀਜ਼ ਹੋਰ, ਕਿ ਅੱਜ ਜਿਵੇਂ ਤੁਸੀਂ ਉੱਠ ਕੇ ਗੁਹਾਰ ਲਗਾਈ, ਪਹਿਲਾਂ ਤਾਂ ਕੀ ਤੁਸੀਂ ਬੀਜੇਪੀ ਦੇ ਹਿੱਸਾ ਹੋ, ਤੇ ਜਾਂ ਫਿਰ ਅੱਜ ਇਹ ਆਪਣੀ ਗੁਹਾਰ ਲਗਾਉਣ ਵਾਸਤੇ ਤੁਸੀਂ ਉਰੇ ਪਹੁੰਚੇ? ਨਾ, ਬੀਜੇਪੀ ਦੇ ਹਿੱਸਾ ਅਸੀਂ ਬਚਪਨ ਤੋਂ ਹੀ ਰਹੇ ਹਾਂ, ਤੇ ਲੁਧਿਆਣੇ ਤੋਂ ਮੈਂ ਬਿਲੋਂਗ ਕਰਦਾ, ਪਿੰਡਾਂ ਦਾ ਰਹਿਣ ਵਾਲਾ, ਤੇ ਫਤਿਹਗੜ੍ਹ ਸਾਹਿਬ, ਅਮਲੋ, ਸਾਹਨੇਵਾਲ। ਪਰ ਜਿਵੇਂ ਤੁਸੀਂ ਅੱਜ ਗੱਲ ਕਰੀ, ਬੜਾ ਦੁੱਖ ਜ਼ਾਹਰ ਤੁਹਾਡਾ ਝਲਕਿਆ ਕਿ ਆਖਰਕਾਰ ਤੁਸੀਂ ਕਹਿ ਰਹੇ ਸੀ ਵੀ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ, ਜਾਂ ਕਹੀਏ ਕਿ ਜਿਹੜੀ ਮੁਹਿੰਮ ਦੇ ਖਿਲਾਫ ਉਹ ਲੜ ਰਹੀ ਸੀ ਸ਼ਾਇਦ ਉਹਦਾ ਕੋਈ ਹੱਲ ਨਹੀਂ ਹੋਇਆ ਹੈਗਾ। ਨਾ ਹੀ ਤਾਂ ਮੁਹਿੰਮ ਦਾ ਹੱਲ ਹੋਇਆ, ਨਾ ਹੀ ਸਰਕਾਰ ਕੋਈ ਜ਼ਿੰਮੇਵਾਰੀ ਹੈ। ਸੈਂਟਰ ਸਟੇਟ ਦੇ ਜਿਹੜੇ ਸੈਂਟਰਲ ਸਟੇਟ ਰਿਲੇਸ਼ਨਸ ਹੈ ਇੰਨੇ ਧੋਖੇ 'ਚ ਹੈ ਕਿ ਜੋ ਮਰਜ਼ੀ ਕਰੀ ਜਾਵੇ। ਹੁਣ ਇਹਨੂੰ 4 ਸਾਲ ਹੋ ਗਏ ਮਾਰੇ ਹੋਏ ਮੇਰੀ ਬੇਟੀ ਨੂੰ, ਹਾਲੇ ਤੱਕ ਸੈਂਟਰ 'ਚ ਕਿਸੇ ਦੀ ਜੂੰ ਨਹੀਂ ਸਰਕੀ ਹੈ, ਕਿਸੇ ਤੇ ਕੋਈ ਫਰਕ ਨਹੀਂ ਪੈਂਦਾ। ਇਹ ਜੀ ਸਟੇਟ ਦਾ ਮਾਮਲਾ, ਇਹ ਕੋਰਟ 'ਚ ਮਾਮਲਾ ਹੈ, ਇਹ ਸਾਰੇ ਸਭ ਕੋਰਟ ਦੇ ਵਿੱਚ ਹੁਣ ਚੌਥਾ ਸਾਲ ਚੱਲ ਰਿਹਾ, ਤੇ ਹਾਲੇ ਤੱਕ ਕੋਈ ਕਿਤੇ ਪਟੜੀ ਤੇ ਪਿਆ ਹੀ ਨਹੀਂ ਇਨਵੈਸਟੀਗੇਸ਼ਨ। ਹਾਲੇ ਤੇ ਇਨਵੈਸਟੀਗੇਸ਼ਨ ਦਾ ਜੇ ਕੋਈ ਸਕੋਪ ਹੀ ਨਹੀਂ। ਜੇ ਇਸੇ ਤਰ੍ਹਾਂ ਚੱਲਦਾ ਰਿਹਾ 10 ਸਾਲ ਇੱਦਾਂ ਹੀ ਚੱਲਣਾ, ਉਹ ਅਸੀਂ ਮਰਮਟ ਆ ਜਾਣਾ ਤੇ ਗੱਲ ਡੁੱਬ ਜਾਣੀ ਆ। ਬੇਟੀ ਦੀ ਗੱਲਾਂ ਯਾਦ ਆਉਂਦੀਆਂ ਨੇ, ਲੜਨਾ ਚਾਹੁੰਦੀ ਸੀ ਉਹ ਇਸ ਨਸ਼ੇ ਦੇ ਖਿਲਾਫ। ਬੇਟੀ, ਮੈਂ ਕਿਹਾ ਕਿ ਜਿਹੜੀ ਆਲ ਇੰਡੀਆ ਮੈਰਿਟ 'ਚ ਫਸਟ ਆ ਸਕਦੀ ਆ, ਔਰ ਕੈਂਸਰ ਤੇ ਰਿਸਰਚ ਕਰ ਰਹੀ ਸੀਗੀ, ਸਾਰੇ ਨਾਈਪਰ, ਸਾਰੇ ਆਲ ਇੰਡੀਆ 'ਚ ਸਭ ਲੋਕ ਜਾਣਦੇ ਨੇ, ਔਰ ਇੰਨੀ ਨੌਲੇਜੇਬਲ ਸੀਗੀ। ਤਾਂ ਸਮਾਜ ਨੂੰ ਨੁਕਸਾਨ ਕੀਤਾ ਜਿਹਨਾਂ ਨੇ ਉਹਨੂੰ ਮਾਰਿਆ, ਉਹ ਤਾਂ ਸਮਾਜ ਡਿਪਰਾਈਵ ਹੋਇਆ ਉਹਦੀ ਕਾਬਲੀਅਤ ਤੋਂ, ਔਰ ਉਹਦੇ ਮਤਲਬ ਕਿ ਇੰਨਾ ਮਾਹਰ ਸੀਗੇ ਆਪਣੇ ਕੰਮ ਦੇ ਵਿੱਚ, ਔਰ ਡਿਪਾਰਟਮੈਂਟ ਦੇ ਵਿੱਚ ਵੀ ਸ਼ਾਇਦ ਕੋਈ ਦੁਸ਼ਮਣੀ ਹੋਵੇ, ਕਿਉਂਕਿ ਸਿਰਫ 4ਵੇਂ-5ਵੇਂ ਨੰਬਰ ਤੇ ਸੀਗੀ 70 ਦੇ ਸਟਾਫ 'ਚ। ਉਹਨੇ 2-4 ਸਾਲ ਬਾਅਦ ਡਾਇਰੈਕਟਰ ਬਣ ਜਾਣਾ ਸੀਗਾ। ਤੁਹਾਨੂੰ ਝਟਕਾ ਲੱਗਿਆ ਕਿ ਇੱਕੋ ਲਖਤ ਕੀ ਹੋ ਗਿਆ? ਆਮ ਤੌਰ ਤੇ ਜਵਾਕ ਕੋਈ ਸਰਕਾਰੀ ਨੌਕਰੀ ਕਰਦਾ, ਕੋਈ ਅਫਸਰ ਹੈਗਾ, ਤਾਂ ਉਹਦੇ ਵਿੱਚ ਦੇਖਿਆ ਜਾਂਦਾ ਵੀ ਇੱਕ ਜ਼ਿੰਦਗੀ ਸੁਖਾਲੀ ਹੋ ਗਈ, ਉਹਦੀ ਇੱਕ ਫਿਊਚਰ ਸੈੱਟ ਹੋ ਜਾਊਗਾ। ਪਰ ਇੱਕ ਦਿਨ ਜਦੋਂ ਗੋਲੀਆਂ ਵੱਜਦੀਆਂ ਨੇ, ਪੂਰੇ ਸਿਚੁਏਸ਼ਨ ਬਦਲ ਜਾਂਦੀ ਆ। ਪਰਿਵਾਰ ਤੇ ਕਿੰਨਾ ਕੁ ਵੱਡਾ ਇਸ ਤਰ੍ਹਾਂ ਦਾ ਸੀ, ਜਾਂ ਪਰਿਵਾਰ ਨੂੰ ਥੋੜਾ ਜਿਹਾ ਭਾਂਪ ਸੀਗੀ ਕਿ ਆਖਰਕਾਰ ਜਦੋਂ ਐਡੀ ਵੱਡੀ ਲੜਾਈ ਲੜ ਰਹੀ ਆ ਔਖੀ, ਤਾਂ ਉਹਦੇ ਵਿੱਚ ਕੁਝ ਵੀ ਹੋ ਸਕਦਾ? ਬਿਲਕੁਲ ਨਹੀਂ, ਮੈਂ ਤਾਂ ਆਪ ਵਾਰ ਵੈਟਰਨ ਹੈ, 71 ਦੇ ਵਾਰ ਲੜੀ ਹੈ, ਔਰ ਮੇਰੀ ਬਾਖੂਬੀ ਲੜੀ ਹੈ। ਸਾਰਾ ਕਮਿਊਨੀਕੇਸ਼ਨ ਸਿਸਟਮ ਅੰਮ੍ਰਿਤਸਰ ਸੈਕਟਰ ਦਾ, ਗੁਰਦਾਸਪੁਰ ਸੈਕਟਰ ਦਾ ਮੈਂ ਹੀ ਕੰਟਰੋਲ ਕਰਦਾ ਸੀਗਾ, ਔਰ ਮੇਰੀ ਰਿਪੋਰਟਾਂ ਬਾਕੀ ਸਭ 'ਚ ਲਿਖਿਆ ਹੋਇਆ ਕਿ ਕਿਹੋ ਜਿਹਾ ਕੰਮ ਕੀਤਾ। ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਹੈ, ਨਾ ਹੀ ਦੱਸਣ ਦੀ ਕੋਈ ਜ਼ਰੂਰਤ ਹੈ ਮੈਨੂੰ, ਨਾ ਹੀ ਕਿਸੇ ਤੋਂ ਮੈਨੂੰ ਸਰਟੀਫਿਕੇਟ ਚਾਹੀਦਾ। ਮੈਂ ਕਾਰਗਿਲ ਸੈਕਟਰ 'ਚ ਵੀ
ਬਹੁਤ ਜ਼ਿੰਮੇਵਾਰੀਆਂ ਨਿਭਾਈਆਂ ਸਾਰੇ ਕਮਿਊਨੀਕੇਸ਼ਨ ਦੀਆਂ ਤਾਂ 2.5-3 ਸਾਲ ਤੇ 2.5 ਸਾਲ ਨਿਭਾਈਆਂ ਨੇ ਤੇ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ ਔਰ ਜੇ ਬਾਅਦ ਚ ਜਿੱਥੇ ਵੀ ਨੌਕਰੀ ਕੀਤੀ ਹੈ ਮੈਂ ਉੱਥੇ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਹੈ ਔਰ ਜੇ ਮੈਂ ਕੋਰਟ ਕਰਾਂ ਕੋਈ ਵੀ ਚੈੱਕ ਕਰ ਸਕਦਾ ਹੈ ਪਰ ਮੈਨੂੰ ਕੋਰਟ ਕਰਨ ਦਾ ਨਹੀਂ ਹੈ ਮੈਂ ਤਾਂ ਅਸੀਂ ਤਾਂ ਜਿਹਨਾਂ ਨੇ ਮਾਰਿਆ ਤਾਂ ਅਸੀਂ ਤਾਂ ਦੁੱਖ 'ਚ ਹੀ ਡੁੱਬ ਗਏ ਔਰ ਮੇਰੀ ਇਹ ਹੈ ਕਿ ਸਾਰੇ ਸਾਡੇ ਦੁੱਖ ਦਾ ਵੀ ਫਾਇਦਾ ਉਠਾਉਂਦੇ ਰਹੇ ਕਿ ਕਿੱਦਾਂ ਪੈਸੇ ਲੂਟ ਖਸੂਟ ਜੀ ਚਲਦੀ ਪਈ ਹੈ ਔਰ ਸਰਕਾਰ ਦੀ ਕਿਸੇ ਦੀ ਨਾ ਹੀ ਸੈਂਟਰ ਦੀ ਨਾ ਹੀ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਵਿਵਸਥਾ ਠੀਕ ਕੀਤੀ ਜਾਏ ਚਾਹੇ ਸਮਾਜ ਸਾਰਾ ਬਰਬਾਦ ਹੋ ਰਿਹਾ ਹੈ। ਖੁਦ ਤੁਸੀਂ ਸਿਆਸਤ ਚੋਂ ਸਿਆਸਤਦਾਨ ਹੀ ਤੁਹਾਨੂੰ ਪਸੰਦ ਨਹੀਂ ਸਿਆਸਤਦਾਨਾਂ ਦੇ ਸਵਾਲ ਸਰਕਾਰਾਂ ਦੇ ਸਵਾਲ ਤਾਂ ਫਿਰ ਸਿਆਸਤ ਛੱਡੀ ਕਿਉਂ ਨਹੀਂ? ਮੈਂ ਸਾਲ ਭਰ ਇਹਨਾਂ ਨੂੰ ਸਾਰੇ ਕਲੂ ਦਿੰਦਾ ਰਿਹਾ ਕੋਆਪਰੇਟ ਕਰਦਾ ਰਿਹਾ ਇਹ ਤਾਂ ਸਾਲ ਬਾਅਦ ਮੈਨੂੰ ਰਿਅਲਾਈਜ਼ ਹੋਇਆ ਇਹ ਤਾਂ ਪ੍ਰੂਫ ਮਿਟਾਈ ਜਾ ਰਹੇ ਨੇ ਸਾਰੇ ਤੁਸੀਂ ਇਨਵੈਸਟੀਗੇਸ਼ਨ ਦੇਖ ਲਓ ਉਹਨਾਂ ਨੇ ਕੀ ਕੀਤਾ ਔਰ ਮੈਂ ਬਿਨਾਂ ਕਿਸੇ ਪਹੁੰਚ ਤੋਂ ਮੈਂ ਇਨਵੈਸਟੀਗੇਸ਼ਨ ਕੀ ਕੀਤਾ ਹੈ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਆ ਜਾਊ ਕਿ ਜਿੱਥੇ ਡੀਜੀਪੀ ਆਈਜੀ ਇਨਵੈਸਟੀਗੇਸ਼ਨ ਕਰ ਰਹੇ ਨੇ ਉਹਨਾਂ ਦੀ ਇਹ ਕਾਬਲੀਅਤ ਹੈ ਕਿ ਉਹਨਾਂ ਇਨਵੈਸਟੀਗੇਸ਼ਨ ਦੀ ਆਹ ਕੁਆਲਿਟੀ ਹੈ ਔਰ ਮੈਂ ਬਿਨਾਂ ਕਿਸੇ ਹੈਲਪ ਤੋਂ ਸੈਂਟਰ ਸਟੇਟ ਤੋਂ ਪਰ ਹੁਣ ਅੱਜ ਜਿਵੇਂ ਤੁਸੀਂ ਗੱਲ ਰੱਖੀ ਤੁਹਾਨੂੰ ਕੀ ਲੱਗਦਾ ਵੀ ਆਉਂਦੇ ਫਿਊਚਰ 'ਚ ਬੀਜੇਪੀ ਜੇ ਚਾਹੇ ਜਾਂ ਕਹੀਏ ਕਿ ਕੇਂਦਰ ਚਾਹੇ ਤਾਂ ਕਰ ਸਕਦਾ ਕਾਰਵਾਈਆਂ ਸਖਤ ਹੋ ਸਕਦੀਆਂ ਨੇ ਨਸ਼ਾ ਰੁਕ ਸਕਦਾ ਇਹਨਾਂ ਦੀ ਡਿਊਟੀ ਬਣਦੀ ਹੈ ਜੇ ਡਿਊਟੀ ਨਹੀਂ ਸੰਭਾਲਦੇ ਚਾਹੇ ਕੋਈ ਪੋਲੀਟੀਕਲ ਪਾਰਟੀ ਹੋਵੇ ਇਹ ਦੇਖਦੇ ਨੇ ਕਿ ਸਾਨੂੰ ਕੀ ਫਾਇਦਾ ਹੋਊਗਾ ਇਹ 'ਚੋਂ ਸਾਨੂੰ ਕੀ ਫਾਇਦਾ ਹੋਊਗਾ ਜਾਂ ਜਿਹੜੇ ਲੀਡਰ ਹੈ ਉਹਨਾਂ ਨੂੰ ਕੌਣ ਪੈਸੇ ਕਿੰਨੇ ਚੜਾਉਂਦਾ ਹੈ ਇਹੋ ਜਿਹਾ ਕਲਚਰ ਚੱਲ ਰਿਹਾ ਹੈ ਜਿਹੜਾ ਕਿ ਦੇਸ਼ ਲਈ ਬਹੁਤ ਹਾਨੀਕਾਰਕ ਹੈ ਸਰਕਾਰ ਤੋਂ ਨਹੀਂ ਛੱਡ ਰਹੇ ਹੋ ਜੇ ਮੈਂ ਵਾਰ ਦੇ ਵਿੱਚ ਕਵਰਡ ਆਈਸ ਡਰ ਦਿਖਾਣਾ ਹੈ ਐਨੀਮੀ ਅੱਗੇ ਜਾਓਗੇ ਡਿਊਟੀ ਅੱਗੇ ਤਾਂ ਆਈ ਐਮ ਲਾਇਬਲ ਟੂ ਬੀ ਸ਼ॉट ਡੈਡ ਐਜ਼ ਪਰ ਆਰਮੀ ਐਕਟ तो बाकी ਜਿਹੜੇ ਸਮਾਜ 'ਚ ਜਿਹੜੇ ਬਾਕੀ ਨੇ ਕਰਤਾ ਧਰਤਾ ਆਰਮੀ ਵਾਲਿਆਂ ਤੋਂ 10-10 ਗੁਣਾ ਐਡਵਾਂਟੇਜ ਫਾਇਦੇ ਲੈ ਰਹੇ ਨੇ ਔਰ ਉਧਰ ਦੇ ਆਈਜੀ ਵਗੈਰਾ ਵੀ ਉਹ ਕ੍ਰਿਮੀਨਲ ਨਾਲ ਮਿਲ ਕੇ ਕ੍ਰਾਈਮ ਕਰ ਰਹੇ ਨੇ ਇਹ ਦੇਸ਼ ਦਾ ਹਾਲ ਹੈ ਫਿਰ ਹੱਲ ਕੀ ਬਣੂਗਾ ਇਹਦਾ ਹੱਲ ਬਣੂਗਾ ਤਾਂ ਕਿ ਇਹ ਜਿਹਨੇ ਨੈਕਸਸ ਹੈ ਪੋਲੀਟੀਸ਼ੀਅਨਸ ਕ੍ਰਿਮੀਨਲ ਪੋਲੀਟੀਸ਼ੀਅਨਸ ਬਿਊਰੋਕਰੈਟਸ ਦਾ ਇਹ ਨੈਕਸਸ ਨੂੰ ਤੋੜਿਆ ਜਾਵੇ ਔਰ ਜੁਡੀਸ਼ੀਅਲ ਸੁਧਾਰ ਹੋਣ ਤੇ ਪੁਲਿਸ ਰਿਫਾਰਮਸ ਹੋਣ ਔਰ ਕਰਪਸ਼ਨ ਤੇ ਕਾਬੂ ਕੀਤਾ ਜਾਏ ਇਹ ਬਹੁਤ ਚੀਜ਼ਾਂ ਨੇ ਮੈਂ ਸਾਰੀ ਚਿੱਠੀਆਂ 'ਚ ਲਿਖੀਆਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਪ੍ਰਾਈਮ ਮਿਨਿਸਟਰ ਨੂੰ ਉਹ ਚਿੱਠੀਆਂ ਬਜਾਏ ਕਿ ਕੋਈ ਐਕਸ਼ਨ ਲੈਣ ਦੇ ਉਹ ਸਾਰੀ ਪੰਜਾਬ ਨੂੰ ਭੇਜ ਦਿੰਦੇ ਨੇ ਪੰਜਾਬ ਵਾਲੇ ਆਪਣੀ ਡਿਫੈਂਸ ਬਣਾਉਂਦੇ ਰਹਿੰਦੇ ਨੇ ਇੱਥੇ ਚੀਫ ਕੰਮ ਕੁਝ ਨਹੀਂ ਹੁੰਦਾ ਇਹ ਸਿਰਫ ਲਿਪਾਪੋਤੀ ਹੈ ਮੀਟਿੰਗ ਈਟਿੰਗ ਚੀਟਿੰਗ ਐਂਡ ਰਿਫਰੈਸ਼ਮੈਂਟ ਕਰਕੇ ਮੀਟਿੰਗ ਬਾਅਦ ਫ੍ਰੀ ਹੁੰਦੇ ਨੇ ਇਹ ਤਰ੍ਹਾਂ ਆਰਮੀ ਤੇ ਇਹਨਾਂ ਨੂੰ ਸਾਰਿਆਂ ਨੂੰ ਆਰਮੀ ਦੀ ਟ੍ਰੇਨਿੰਗ 5 ਸਾਲ ਦੀ ਕੋਈ ਲਾਇਬਿਲਿਟੀ ਹੋਣੀ ਚਾਹੀਦੀ ਹੈ ਅਗਨੀਵੀਰ ਹੋਣੇ ਚਾਹੀਦੇ ਨੇ ਤਾਂ ਕਿ ਸਟੇਟ ਸੈਂਟਰ ਵਿੱਚ ਨੌਕਰੀ ਮਿਲੇ ਜੇ ਆਰਮੀ ਦੀ ਕੰਪਲਸਰੀ ਲਾਇਬਿਲਿਟੀ ਸਕੀਮ ਕੀਤੀ ਹੋਵੇ ਤਾਂ ਕੁਝ ਸਿੱਖੂਗੀ ਆਪਣੀ ਸਮਾਜ ਕਿ ਦੇਸ਼ ਦੀ ਸੁਰੱਖਿਆ ਕਿੱਦਾਂ ਕਰਨੀ ਹੈ ਬਿਲਕੁਲ ਹੈ ਕਿਉਂਕਿ ਜਿਵੇਂ ਇਹਨਾਂ ਦੀ ਬੇਟੀ ਨਾਲ ਜੋ ਇਹ ਕਹੀਏ ਨੂੰ ਵਾਰਦਾਤ ਜਾਂ ਹਾਦਸਾ ਹੋਇਆ ਨਸ਼ੇ ਦੇ ਖਿਲਾਫ ਉਹ ਜੰਗ ਲੜ ਰਹੀ ਸੀਗੀ ਸਭ ਦੇ ਧਿਆਨ 'ਚ ਮਾਮਲਾ ਇਹ ਹੈਗਾ ਪਰ ਉਸ ਸਮੇਂ ਦੇ ਦੌਰਾਨ ਕਈ ਤਰ੍ਹਾਂ ਦੇ ਵਿਚਲੀ ਪੁਆਇੰਟ ਵੀ ਆਏ ਸੀਗੇ ਕਿ ਆਖਰ ਕਿਉਂ ਗੋਲੀ ਮਾਰਤੀ ਕੋਈ ਪਰੇਸ਼ਾਨ ਸੀ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਇੱਕ ਪਿਓ ਅੱਜ ਆਪਦੀ ਧੀ ਦੀ ਕੁਰਬਾਨੀ ਕਹਿ ਲਓ ਜਾਂ ਕਹਿ ਲਓ ਕਿ ਉਹਦੀ ਮੌਤ ਜਦੋਂ ਹੋਈ ਤਾਂ ਉਦੋਂ ਬਾਅਦ ਦੇ ਵਿੱਚ ਇਨਸਾਫ ਇਹ ਮੰਗ ਰਿਹਾ ਹੈ ਕਹਿੰਦਾ ਸਿਸਟਮ ਬਦਲਣੇ ਚਾਹੀਦੇ ਨੇ ਕੋਰਟਾਂ ਦੇ ਵਿੱਚ ਕਹਿੰਦਾ ਫੈਸਲੇ ਹੋ ਜਾਣਗੇ ਪਰ ਜਿਹੜਾ ਨਸ਼ੇ ਦੇ ਖਿਲਾਫ ਲੜਾਈ ਲੜ ਰਹੀ ਸੀ ਉਹ ਨਸ਼ੇ ਦੇ ਖਿਲਾਫ ਅੱਜ ਵੀ ਕਿਤੇ ਨਾ ਕਿਤੇ ਲੜਾਈਆਂ ਭਾਵੇਂ ਚੱਲ ਰਹੀਆਂ ਨੇ ਪਰ ਨਸ਼ਾ ਉਸ ਬਦਦਸਤੂਰ ਜਾਰੀ ਹੈ ਦੂਜੇ ਪਾਸੇ ਬੀਜੇਪੀ ਦੇ ਜੇ ਕਿਹਾ ਜਾਵੇ ਵੱਡੇ ਕੱਦਾਵਰ ਲੀਡਰ ਦੇ ਅੱਗੇ ਉੱਠ ਕੇ ਕਹਿੰਦੇ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਕੇਂਦਰ ਕਾਰਵਾਈ ਕਰੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ।